ਲਾਸਟ ਟਾਈਮ ਜਿਹੜਾ ਆਪਾਂ ਟੌਪਿਕ ਕੀਤਾ ਸੀਗਾ ਸਿਗਨੀਫੀਕੈਂਟ ਫਿਗਰਸ, ਕੀ ਕੀਤਾ ਸੀ ਬੇਟੇ? ਸਿਗਨੀਫੀਕੈਂਟ ਫਿਗਰ ਕੀ ਹੁੰਦਾ ਬੇਟੇ? ਕੀ ਡੈਫੀਨੇਸ਼ਨ ਸੀ? ਵਾਟ ਆਰ ਸਿਗਨੀਫੀਕੈਂਟ ਫਿਗਰਸ? ਡਿਊਰਿੰਗ ਅ ਕੈਲਕੂਲੇਸ਼ਨ। ਠੀਕ ਹੈ ਬੇਟੇ, तो सिग्निफिकेंट फिगर्स की है which are important for us during a calculation or whose value is accurately known to us, ਜਿਨ੍ਹਾਂ ਦੀ ਵੈਲਿਊ ਸਾਨੂੰ ਕੀ ਐਕੂਰੇਟਲੀ ਪਤਾ ਹੈ ਇੱਕ ਕੈਲਕੂਲੇਸ਼ਨ ਦੇ ਵਿੱਚ, ਉਹਨਾਂ ਨੂੰ ਆਪਾਂ ਕਿਹਾ ਸੀ ਸਿਗਨੀਫੀਕੈਂਟ ਫਿਗਰਸ। ਠੀਕ ਹੈ ਜੀ। ਸਿਗਨੀਫੀਕੈਂਟ ਫਿਗਰ ਦੇ ਰੂਲ ਯਾਦ ਆ ਬੇਟੇ? ਪਹਿਲਾ ਕੀ ਸੀ ਬੇਟੇ? all the non-zero digits are significant, all the non-zero digits are significant। ਕਿੰਨੀਆਂ ਸਿਗਨੀਫੀਕੈਂਟ ਫਿਗਰਸ ਹੋ ਗਈਆਂ ਬੇਟੇ ਇਹਦੇ ਵਿੱਚ? 3 3। ਠੀਕ ਹੈ ਬੇਟੇ। ਸੈਕੰਡ ਰੂਲ ਕੀ ਸੀਗਾ? a zero occurring between two non-zero digits is significant। ਠੀਕ ਹੈ ਜੀ, ਇੱਥੇ ਜ਼ੀਰੋ ਆਪਣੇ ਕੋਲ ਕੀ ਹੈ? ਸਿਗਨੀਫੀਕੈਂਟ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਥਰਡ ਰੂਲ ਕੀ ਸੀ ਬੇਟੇ? ਲਾਊਡ ਸਪੀਕਰ ਆਫ ਕਰੋ ਬੇਟੇ। 4500। ਜੇਕਰ ਨਾਨ ਜ਼ੀਰੋ ਡਿਜਿਟ ਦੇ ਲਾਸਟ ਦੇ ਵਿੱਚ ਜ਼ੀਰੋਜ਼ ਆ ਰਹੀਆਂ ਫॉर ਅ ਨੰਬਰ ਗ੍ਰੇਟਰ ਦੈਨ 1, ਜਿਹੜਾ ਨੰਬਰ ਆਪਣੇ ਕੋਲ ਕੀ ਹੈ? ਗ੍ਰੇਟਰ ਦੈਨ 1 ਹੈ, ਤਾਂ ਇਹ ਜ਼ੀਰੋ ਸਾਡੇ ਲਈ ਸਿਗਨੀਫੀਕੈਂਟ ਹੈ ਨਹੀਂ ਸੀ। ਤੇ ਇੱਥੇ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਹੋ ਗਈਆਂ ਬੇਟੇ? 2। ਬਟ ਇਹਦੇ ਵਿੱਚ ਸੈਕੰਡ ਰੂਲ ਕੀ ਸੀਗਾ ਵੀ ਇਫ ਦਿਸ ਨੰਬਰ ਕੇਮ ਫਰੋਮ ਅ ਮੈਜਰਮੈਂਟ, ਇਫ ਦਿਸ ਨੰਬਰ ਕੇਮ ਫਰੋਮ ਅ ਮੈਜਰਮੈਂਟ, ਜਿਵੇਂ ਕਹਿਣ ਦਾ ਮਤਲਬ ਇਹਦੇ ਚ ਯੂਨਿਟ ਲੱਗਿਆ ਹੈ ਨਾਲ ਮੀਟਰ, ਤਾਂ ਇੱਥੇ ਸਿਗਨੀਫੀਕੈਂਟ ਫਿਗਰਸ 4 ਹੋਣਗੀਆਂ। ਇਹ ਜ਼ੀਰੋਜ਼ ਵੀ ਕੀ ਹੋਣਗੀਆਂ ਸਾਡੇ ਵਾਸਤੇ? ਸਿਗਨੀਫੀਕੈਂਟ ਹੋਣਗੀਆਂ। ਇਹ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ। ਕਹਿਣ ਦਾ ਮਤਲਬ ਇੱਥੇ ਰੁਪੀਜ਼ ਲਿਖਿਆ ਹੈ, ਸੈਂਟੀਮੀਟਰ ਜਾਂ ਕੋਈ ਵੀ ਯੂਨਿਟ ਲਿਖਿਆ ਹੋਇਆ ਹੈ, ਤੇ ਇਹਦਾ ਮਤਲਬ ਇਹ ਸਾਡੇ ਕੋਲ ਮੈਜਰਮੈਂਟ ਤੋਂ ਫਿਗਰ ਆਈ ਹੈ ਤੇ ਸਾਡੇ ਲਈ ਇੰਪੋਰਟੈਂਟ ਹੈ ਸਾਰੀਆਂ। ਠੀਕ ਹੈ। ਇੱਕ ਸੀ ਫॉर ਅ ਨੰਬਰ ਲੈਸ ਦੈਨ 1। ਠੀਕ ਹੈ ਜੀ, ਫॉर ਅ ਨੰਬਰ ਲੈਸ ਦੈਨ 1, zeros to the right of the decimal point and to the left of the non-zero digit, zeros to the right of the decimal point and to the left of the non-zero digit are not significant, are not significant। ਇੱਥੇ significant figures ਕਿੰਨੀਆਂ ਹੋ ਗਈਆਂ ਬੇਟੇ? 2। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ ਆਪਾਂ ਸਿਗਨੀਫੀਕੈਂਟ ਫਿਗਰ ਦੇ ਜਿਹੜੇ ਰੂਲ ਹੈ ਉਹ ਆਪਣੇ ਕੋਲ ਕੀਤੇ ਸੀ। ਹੁਣ ਆਪਣੇ ਕੋਲ ਜਿਹੜਾ ਅੱਜ ਦਾ ਟੌਪਿਕ ਹੈ ਆਪਣੇ ਕੋਲ ਕੀ ਹੈ? ਸਿਗਨੀਫੀਕੈਂਟ ਫਿਗਰਸ ਇਨ ਕੈਲਕੂਲੇਸ਼ਨਸ। ਠੀਕ ਹੈ ਜੀ। ਸਿਗਨੀਫੀਕੈਂਟ ਫਿਗਰਸ ਇਨ ਕੈਲਕੂਲੇਸ਼ਨ ਅਸੀਂ ਕਿਵੇਂ ਯੂਜ਼ ਕਰਾਂਗੇ? ਇਨ ਐਡੀਸ਼ਨ, ਮਲਟੀਪਲੀਕੇਸ਼ਨ ਐਂਡ ਸਬਟ੍ਰੈਕਸ਼ਨ। ਸਿਗਨੀਫੀਕੈਂਟ ਫਿਗਰਸ ਇਨ ਕੈਲਕੂਲੇਸ਼ਨਸ। ਠੀਕ ਹੈ ਜੀ, ਇਨ ਕੈਲਕੂਲੇਸ਼ਨ। ਕਹਿੰਦਾ ਮਤਲਬ ਜੇਕਰ ਅਸੀਂ ਐਡ ਕਰਨਾ ਹੈ, ਸਬਟਰੈਕਟ ਕਰਨਾ ਹੈ, ਮਲਟੀਪਲਾਈ ਕਰਨਾ ਹੈ, ਡਿਵਾਈਡ ਕਰਨਾ ਹੈ, ਠੀਕ ਹੈ ਜੀ, ਬਾਈ ਕੀਪਿੰਗ ਇਨ ਵਿਊ the rules of significant figures, how we will do addition, subtraction, multiplication and division in the rules। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਆਪਣਾ ਟੌਪਿਕ ਕੀ ਹੈ ਹੁਣ? ਵੀ ਅਸੀਂ ਜੋੜ, ਘਟਾਓ, ਗੁਣਾ, ਤਕਸੀਮ ਕਰਨ ਲੱਗਿਆ ਸਿਗਨੀਫੀਕੈਂਟ ਫਿਗਰ ਦੇ ਰੂਲ ਨੂੰ ਕਿਵੇਂ ਯੂਜ਼ ਕਰਨਾ ਹੈ। ਠੀਕ ਹੈ ਜੀ। ਸੋ ਇਹਦੇ ਵਿੱਚ ਦੇਖੋ ਰੂਲ ਨੋਟ ਕਰੋ। ਰੂਲ ਆਪਣੇ ਕੋਲ ਕੀ ਕਹਿੰਦਾ ਹੈ? ਰਿਟੇਨ। ਰਿਟੇਨ ਦਾ ਮਤਲਬ ਹੁੰਦਾ ਰੱਖਣਾ। ਰਿਟੇਨ ਦੀ ਸੇਮ number of significant figures which are minimum
ਵਿਚ ਆਰ ਬੇਟੇ ਆਵਾਜ਼ ਜੀ ਕਿੰਦੀ ਆ ਰਹੀ ਵਿੱਚ ਪੱਖੇ ਦੀ ਆਵਾਜ਼ ਕਿੰਦੀ ਆ ਰਹੀ ਹੈ ਬੇਟੇ which are retain the same number of the significant figures which are minimum in numbers on which we perform calculations like addition, subtraction, multiplication and division। देखो बेटे की कहंदा है दोबारा देखो पापा बेटे पढ़ाई जांदे तू खा ला ठीक है जी retain the same number of the significant figures ਸੇਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਨੂੰ ਰਿਟੇਨ ਕਰੋ ਵਿਚ ਆਰ ਮਿਨੀਮਮ ਜਿਹੜੀਆਂ ਕੀ ਹੈਗੀਆਂ ਘੱਟ ਤੋਂ ਘੱਟ ਕਿੰਦੇ ਵਿੱਚ ਇਨ ਨੰਬਰਸ ਔਨ ਵਿਚ ਵੀ ਪਰਫਾਰਮ ਦੀ ਕੈਲਕੂਲੇਸ਼ਨਸ ਜਿਹੜੇ ਨੰਬਰ ਦੇ ਉੱਪਰ ਅਸੀਂ ਕੈਲਕੂਲੇਸ਼ਨਸ ਪਰਫਾਰਮ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਜਿੰਦੇ ਵਿੱਚ ਮਿਨੀਮਮ ਨੰਬਰ ਆਫ ਕੀ ਹੈਗੀਆਂ ਸਿਗਨੀਫੀਕੈਂਟ ਫਿਗਰਸ ਹੈਗੀਆਂ ਰਿਟੇਨ ਦੀ ਸੇਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਇੱਥੇ ਇੱਕ ਲਾਈਨ ਐਡ ਕਰੋ ਇਨ ਰਿਜ਼ਲਟ ਇੱਥੇ ਕੀ ਵਰਡ ਐਡ ਕਰੋ ਇਨ ਰਿਜ਼ਲਟ ਇਨ ਰਿਜ਼ਲਟ ਠੀਕ ਹੈ ਜੀ ਦੇਖੋ ਐਗਜ਼ਾਮਪਲ ਦੇਣਾ ਤੁਹਾਨੂੰ ਮੈਂ ਧਿਆਨ ਨਾਲ ਗੱਲ ਨੂੰ ਸਮਝੋ ਲਓ ਬੇਟੇ ਆਪਣੇ ਕੋਲੇ ਕੀ ਹੈ ਇੱਕ ਫਿਗਰ ਹੈ 428.5 ਠੀਕ ਹੈ ਜੀ ਇਹਦੇ ਵਿੱਚ ਅਸੀਂ ਐਡ ਕਰਨ ਜਾ ਰਹੇ ਹਾਂ ਮੰਨ ਲਓ ਅਸੀਂ ਐਡ ਕੀਤਾ 17.5 ਠੀਕ ਹੈ ਜੀ ਐਡ ਕਰਾਂਗੇ ਤਾਂ ਕੀ ਬਣੂਗਾ ਬੇਟੇ 5 5 10 1 कैरी 15 + 1 16 ठीक है जी ਇੱਥੇ ਕਿੰਨਾ ਬਣ ਗਿਆ 4 ਇੱਥੇ ਕਿੰਨਾ ਬਣ ਗਿਆ 4 ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਇਹ ਐਡ ਹੋਇਆ ਨਾ ਇਸ ਫਿਗਰ ਦੇ ਵਿੱਚ ਸਿਗਨੀਫੀਕੈਂਟ ਫਿਗਰਸ ਕਿੰਨੀ ਹੈ ਕਿੰਨੀਆਂ ਬੇਟੇ ਇਹਦੇ ਚ 4 ਇਹਦੇ ਵਿੱਚ ਸਿਗਨੀਫੀਕੈਂਟ ਫਿਗਰਸ ਕਿੰਨੀਆਂ ਬੇਟੇ 3 ਦੋਵਾਂ ਦੇ ਵਿੱਚੋਂ ਮਿਨੀਮਮ ਕਿਹੜੀ ਹੈ 3 ਇਹਦਾ ਮਤਲਬ ਰਿਜ਼ਲਟ ਦੇ ਵਿੱਚ ਵੀ ਅਸੀਂ ਕਿੰਨੀਆਂ ਸਿਗਨੀਫੀਕੈਂਟ ਫਿਗਰਸ ਰਿਟੇਨ ਕਰਨੀਆਂ 3 ਕਿੰਨੀਆਂ ਰਿਟੇਨ ਕਰਨੀਆਂ 3 ਇਹ ਕੁਦਰਤੀ ਆਪਣੇ ਕੋਲ ਰਾਉਂਡ ਫਿਗਰ ਚ ਆ ਗਿਆ ਮੰਨ ਲਓ ਇਹਦੇ ਵਿੱਚ ਮੈਂ ਇੱਥੇ ਲਿਖਿਆ ਹੁੰਦਾ ਮੰਨ ਲਓ 6 ਲਿਖਿਆ ਹੁੰਦਾ ਇੱਥੇ 6 ਲਿਖਿਆ ਹੁੰਦਾ ਚਲੋ ਤਾਂ ਇੱਥੇ ਕੀ ਆ ਜਾਣਾ ਸੀ 1 ਆ ਜਾਣਾ ਸੀਗਾ ਬਾਕੀ ਸਾਰੀ ਕੈਲਕੂਲੇਸ਼ਨ ਸੇਮ ਰਹਿਣੀ ਸੀ ਇਹਦਾ ਮਤਲਬ ਇਹਦੇ ਵਿੱਚ ਸਿਗਨੀਫੀਕੈਂਟ ਫਿਗਰ ਕਿੰਨੀ ਹੈ ਰਿਜ਼ਲਟ ਦੇ ਵਿੱਚ 4 ਕਿੰਨੀਆਂ ਹੈਗੀਆਂ ਆਪਾਂ ਰਿਟੇਨ ਕਿੰਨੀਆਂ ਕਰਨੀਆਂ 3 ਸਿਗਨੀਫੀਕੈਂਟ ਫਿਗਰ ਇਨ ਰਿਜ਼ਲਟ ਹੈਗੀਆਂ 4 ਬਟ ਆਪਾਂ ਰਿਟੇਨ ਕਿੰਨੀਆਂ ਕਰਨੀਆਂ 3 ਕਿਉਂਕਿ ਸਾਡਾ ਰੂਲ ਕੀ ਕਹਿੰਦਾ ਹੈ ਵੀ ਜਿਹੜੇ ਨੰਬਰ ਦੇ ਉੱਪਰ ਅਸੀਂ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਪਰਫਾਰਮ ਕਰਨ ਜਾ ਰਹੇ ਹਾਂ ਉਹਨਾਂ ਦੇ ਵਿੱਚੋਂ ਜਿਹੜੀਆਂ ਮਿਨੀਮਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਹੈ ਰਿਜ਼ਲਟ ਦੇ ਵਿੱਚ ਵੀ ਉਨੀਆਂ ਹੀ ਰੱਖਣੀਆਂ ਇਹਦਾ ਮਤਲਬ ਇਹਦਾ ਰਿਜ਼ਲਟ ਸਾਡੇ ਕੋਲ ਕੀ ਹੋਊਗਾ ਇਹ ਵਾਲਾ ਡਿਜਿਟ ਅਸੀਂ ਸਾਨੂੰ ਕੀ ਕਰਨਾ ਪਊਗਾ ਡ੍ਰੌਪ ਕਰਨਾ ਪਊਗਾ ਇਹ ਵਾਲਾ ਡਿਜਿਟ ਸਾਨੂੰ ਕੀ ਕਰਨਾ ਪਊਗਾ ਬੇਟੇ ਡ੍ਰੌਪ ਕਰਨਾ ਪਊਗਾ ਕਲੀਅਰ ਹੋਇਆ ਕਿ ਨਹੀਂ ਹੋਇਆ ਇਹੀ ਚੀਜ਼ ਆਪਾਂ ਕਰਨੀ ਹੈ ਐਡੀਸ਼ਨ ਚ ਸਬਟ੍ਰੈਕਸ਼ਨ ਚ ਮਲਟੀਪਲੀਕੇਸ਼ਨ ਤੇ ਡਿਵੀਜ਼ਨ ਚ ਹੁਣ ਇਹ ਆਪਣੇ ਕੋਲ ਡਿਜਿਟ ਸਾਨੂੰ ਡ੍ਰੌਪ ਕਰਨਾ ਪਊਗਾ ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਰਾਉਂਡ ਆਫ ਕੀ ਕਹਿੰਦੇ ਅਸੀਂ ਕਲੀਅਰ ਹੋਇਆ ਕਿ ਨਹੀਂ ਹੋਇਆ ਬਟ ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਆ ਰਾਉਂਡ ਆਫ ਸੋ ਆਪਾਂ ਇਹਨੂੰ ਗਾਂ ਲੈ ਕੇ ਜਾਣ ਤੋਂ ਪਹਿਲਾਂ ਹੁਣ ਆਪਾਂ ਪਹਿਲਾਂ ਟੌਪਿਕ ਜਿਹੜਾ ਕਰਦੇ ਆ ਵਾਟ ਇਜ਼ ਰਾਉਂਡ ਆਫ ਠੀਕ ਹੈ ਜੀ ਵਾਟ ਇਜ਼ ਰਾਉਂਡ ਆਫ
ਰਾਉਂਡ ਆਫ ਕੀ ਹੁੰਦਾ ਬੇਟੇ, ਆਪਣੇ ਕੋਲ ਕਹਿ ਸਕਦੇ ਆ ਆਪਾਂ ਵਟ ਇਜ਼ ਰਾਉਂਡ ਆਫ, ਆਪਾਂ ਕਹਿ ਸਕਦੇ ਆ ਇਟ ਇਜ਼ ਦੀ ਪ੍ਰੋਸੈਸ ਆਫ dropping और ठीक है जी, dropping a number, नंबर की थां ते लिखो डिजिट, ठीक है जी, नंबर की थां ते की लिखो डिजिट। इट इज द प्रोसेस ऑफ ड्रॉपिंग अ डिजिट फ्रॉम अ गिवन नंबर, फ्रॉम अ गिवन नंबर which is not important for us, which is not required कह लो, ठीक है जी, अकॉर्डिंग टू रूल्स ऑफ, अकॉर्डिंग टू रूल्स ऑफ राउंड ऑफ। क्लियर होया कि नहीं है बेटे? दोबारा देखो की कहंदा है, कहंदा इट इज द प्रोसेस ऑफ ड्रॉपिंग अ डिजिट, कहंदा ये राउंड ऑफ की है एक डिजिट ਨੂੰ ਡ੍ਰੌਪ ਕਰਨ ਦੀ ਪ੍ਰੋਸੈਸ ਹੈ ਫਰੋਮ ਅ ਗਿਵਨ ਨੰਬਰ, ਕਿਸੇ ਨੰਬਰ ਦੇ ਵਿੱਚੋਂ ਵਿਚ ਇਜ਼ ਨਾਟ ਰਿਕੁਆਇਰਡ, ਜਿਹੜਾ ਸਾਨੂੰ ਨਹੀਂ ਚਾਹੀਦਾ। ਕਿਵੇਂ ਡ੍ਰੌਪ ਕਰਨਾ ਹੈ? ਅਕੋਰਡਿੰਗ ਟੂ ਦੀ ਰੂਲਸ ਆਫ ਰਾਉਂਡ ਆਫ, ਅਕੋਰਡਿੰਗ ਟੂ ਦੀ ਰੂਲਸ ਆਫ ਰਾਉਂਡ ਆਫ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਠੀਕ ਹੈ, ਹੁਣ ਆਪਾਂ ਇਹਦੇ ਰੂਲ ਕਰਦੇ ਹਾਂ ਰਾਉਂਡ ਆਫ ਤੇ, ਬਹੁਤ ਸੌਖਾ ਹੈ, ਤੁਸੀਂ ਕੀਤਾ ਹੋਇਆ ਛੋਟੀਆਂ ਕਲਾਸਾਂ 'ਚ। ਰੂਲਸ ਰਾਉਂਡ ਆਫ ਦੇ ਜਿਹੜੇ ਅਸੀਂ ਯੂਜ਼ ਕਰਨੇ। ਫਸਟ ਰੂਲ ਕੀ ਕਹਿੰਦਾ ਹੈ? if the digit to be dropped, if the digit to be dropped is more than 5, is more than 5 ਤੋਂ ਵੱਡਾ ਹੋਵੇ, then digit preceding to it, then digit preceding to it is increased by 1, is increased by 1। ਪ੍ਰੋਸੀਡਿੰਗ ਦਾ ਮਤਲਬ ਹੁੰਦਾ ਪਹਿਲਾਂ ਵਾਲਾ, ਠੀਕ ਹੈ ਜੀ। ਮੰਨ ਲਓ ਆਪਣੇ ਕੋਲੇ ਕੀ ਹੈ, ਕੋਈ ਜਿਵੇਂ ਮੰਨ ਲਓ ਆਪਾਂ ਪਹਿਲਾਂ ਹੀ ਰਿਜ਼ਲਟ ਕੱਢਿਆ ਸੀ, ਉਹੀ ਆਪਾਂ ਜੋ ਉਸ ਤਰ੍ਹਾਂ ਦਾ ਰਿਜ਼ਲਟ ਲੈ ਲਈਏ। ਮੰਨ ਲਓ 4 6 7, ਮੰਨ ਲਓ ਆਪਾਂ ਕਹਤਾ 8, ਮੰਨ ਲਓ ਸਾਨੂੰ 3 ਸਿਗਨੀਫੀਕੈਂਟ ਫਿਗਰ ਚਾਹੀਦੀਆਂ, ਇਹਦਾ ਮਤਲਬ ਇਹ ਆਪਣੇ ਕੋਲ ਕੀ ਹੋ ਗਿਆ, ਡਿਜਿਟ ਉਹ ਵੀ ਡ੍ਰੌਪਡ ਹੋ ਗਿਆ। ਮੰਨ ਲਓ ਸਾਨੂੰ ਰਿਜ਼ਲਟ ਦੇ ਵਿੱਚ ਕਿੰਨੀਆਂ ਚਾਹੀਦੀਆਂ ਬੇਟੇ ਸਿਗਨੀਫੀਕੈਂਟ ਫਿਗਰਸ? 3। ਤੇ ਚੌਥਾ ਡਿਜਿਟ ਕੀ ਹੋਇਆ, ਫਿਰ ਸਾਨੂੰ ਇਹ ਕੀ ਕਰਨਾ ਪਊਗਾ? ਇਹਦਾ ਮਤਲਬ ਇਟ ਇਜ਼ ਦੀ ਡਿਜਿਟ ਟੂ ਬੀ ਡ੍ਰੌਪਡ, ਇਟ ਇਜ਼ ਮੋਰ ਦੈਨ 5, ਇਟ ਇਜ਼ ਮੋਰ ਦੈਨ 5। ਸੋ ਡਿਜਿਟ ਪ੍ਰੋਸੀਡਿੰਗ ਟੂ ਇਟ, ਪ੍ਰੋਸੀਡਿੰਗ ਦਾ ਮਤਲਬ ਪਹਿਲਾਂ ਵਾਲਾ 7 is increased by 1, is increased by 1। ਇਹਦਾ ਮਤਲਬ ਸਾਡੇ ਕੋਲੇ ਰਿਜ਼ਲਟ ਕੀ ਆ ਜਾਊਗਾ ਇਹਦਾ? 4 6 8 ਕੀ ਆ ਜਾਊਗਾ ਬੇਟੇ? 4 6 8। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ। ਸੈਕਿੰਡ ਰੂਲ ਆਪਣੇ ਕੋਲ ਕੀ ਕਹਿੰਦਾ ਹੈ? if the digit to be dropped is less than 5, ਉੱਪਰ ਵਾਲੀ ਲੈਂਗੁਏਜ ਸਾਰੀ ਲਿਖਣੀ ਹੈ, ਬਟ ਜਿੱਥੇ ਲਿਖਿਆ ਗ੍ਰੇਟਰ ਦੈਨ 5 ਉੱਥੇ ਕੀ ਲਿਖਣਾ ਹੈ? ਲੈਸ ਦੈਨ 5। ਆਹ ਵਾਲੀ ਲਾਈਨ if the digit to be dropped ਤੇ ਲਿਖਿਆ ਸੀ ਨਾ more than 5, ਉੱਪਰ ਵਾਲੀ ਲਾਈਨ ਸੇਮ ਥੱਲੇ ਲਿਖਣਾ if the digit to be dropped is less than 5, then digit proceeding to it, then digit proceeding to it, proceeding no, remain the same, digit proceeding to it remain the same, ਉਹਦੇ ਤੇ ਕੋਈ ਫਰਕ ਨਹੀਂ ਪਊਗਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ?
कहना मतलब इतने अपने को ਹੁੰਦਾ 4674 मान लो दिस इज द डिजिट टू बी ड्रॉप्ड 4 is less than 5 4 is less than 5 so digit proceeding to it is left unchanged remains same ਜਾਂ left unchanged ਹਾਂਜੀ क्लियर होया कि नहीं होया बेटे इनका आंसर की आएगा 467 दसो बेटे पॉइंट क्लियर होया कि नहीं होया ठीक है जेकर डिजिट ਜਿਹੜਾ ਡ੍ਰੌਪ ਕਰਨਾ ਜੇ 5 ਤੋਂ ਜ਼ਿਆਦਾ ਹੈ ਤਾਂ ਉਦੋਂ ਪਹਿਲਾਂ ਵਾਲੇ ਡਿਜਿਟ ਦੇ ਵਿੱਚ ਇੱਕ ਐਡ ਕਰ ਦੇਣਾ ਜੇ ਉਹ ਡਿਜਿਟ ਆਪਣੇ ਕੋਲ ਕੀ ਹੈਗਾ 5 ਤੋਂ ਛੋਟਾ ਹੈ ਤਾਂ ਪਹਿਲਾਂ ਵਾਲਾ ਡਿਜਿਟ ਕੀ ਹੋਊਗਾ ਸੇਮ ਰਹੂਗਾ ਜਾਂ ਕਿ ਇਹ ਲੈਫਟ ਅਨਚੇਂਜ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਊ ਠੀਕ ਹੈ ਨੈਕਸਟ ਦੇਖੋ ਹੁਣ ਥਰਡ ਰੂਲ ਕੀ ਕਹਿੰਦਾ ਹੈ ਥਰਡ ਰੂਲ ਕਹਿੰਦਾ ਹੈ ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ 5 ਨਾ 5 ਤੋਂ ਵੱਡਾ ਹੈ ਨਾ 5 ਤੋਂ ਛੋਟਾ 5 ਹੀ ਹੈ ਇਫ ਦੀ digit to be dropped if the digit to be dropped is 5 ठीक है जी डिजिट ਜਿਹੜਾ ਡ੍ਰੌਪ ਕਰਨਾ ਉਹ ਆਪਣੇ ਕੋਲ ਕੀ ਹੈ 5 ਸੁਣ ਲਓ ਬੇਟੇ if the digit to be dropped is 5 ਉਹ 5 ਹੀ ਹੈਗਾ ਠੀਕ ਹੈ ਜੀ and it is followed by followed ਮਤਲਬ ਬਾਅਦ ਦੇ ਵਿੱਚ it is followed by a non zero digit it is followed by a non zero digit then digit proceeding to 5 is increased by 1 ਠੀਕ ਹੋ ਗਿਆ ਇਹ ਕਹਿੰਦਾ ਹੈ ਮੰਨ ਲਓ ਇਸ ਤਰ੍ਹਾਂ ਦੀ ਰਕਮ ਹੈ 4653 ਜਿਹੜਾ ਡਿਜਿਟ ਟੂ ਬੀ ਡ੍ਰੌਪਡ ਹੈ ਨਾ ਉਹ ਸਾਡੇ ਕੋਲ 5 ਹੈ ਅਸੀਂ ਦੋ ਸਿਗਨੀਫੀਕੈਂਟ ਫਿਗਰ ਤੱਕ ਮੰਨ ਲਓ ਰੱਖਣਾ ਹੈ ਡਿਜਿਟ ਟੂ ਬੀ ਡ੍ਰੌਪਡ ਸਾਡੇ ਕੋਲ ਕੀ ਹੈ 5 ਹੈ ਨਾ 5 ਤੋਂ ਵੱਡਾ ਹੈ ਨਾ 5 ਤੋਂ ਛੋਟਾ ਹੈ ਇਹਦਾ ਮਤਲਬ 5 ਹੈ ਨਾ ਦੈਨ ਡਿਜਿਟ ਫੋਲੋਇੰਗ ਇਟ ਆ ਆਪਣੇ ਕੋਲ ਕੀ ਹੈ ਡਿਜਿਟ ਫੋਲੋਇੰਗ ਇਟ ਇਹਨੂੰ ਕਹਿੰਦੇ ਡਿਜਿਟ ਫੋਲੋਇੰਗ ਤੇ ਜਿਹੜਾ ਪਹਿਲਾਂ ਵਾਲਾ ਹੁੰਦਾ ਉਹਨੂੰ ਕੀ ਕਹਿੰਦੇ ਡਿਜਿਟ ਪ੍ਰੋਸੀਡਿੰਗ ਜੇਕਰ ਡਿਜਿਟ ਫੋਲੋਇੰਗ ਟੂ ਇਟ ਇਜ਼ ਨਾਨ ਜ਼ੀਰੋ ਇਹ 3 ਹੈ ਨਾ ਵਿਚ ਇਜ਼ ਨਾਟ ਇਕੁਅਲ ਟੂ 0 ਤਾਂ ਕੀ ਹੋਊਗਾ ਡਿਜਿਟ ਪ੍ਰੋਸੀਡਿੰਗ ਟੂ ਇਟ ਇਜ਼ ਇਨਕਰੀਜ਼ਡ ਬਾਈ 1 ਕੀ ਆ ਜਾਊਗਾ ਹਾਂਜੀ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ ਠੀਕ ਹੈ ਜੀ ਹੁਣ ਨੈਕਸਟ ਰੂਲ ਵੇਖੋ ਇਹਦੇ ਵਿੱਚ ਹੀ ਸੈਕੰਡ ਪਾਰਟ ਹੈ ਪਹਿਲਾਂ ਤਾਂ ਆਪਾਂ ਇਹ ਕਿਹਾ ਇਫ ਦੀ ਡਿਜਿਟ ਟੂ ਬੀ ਡ੍ਰੌਪਡ ਇਜ਼ 5 ਐਂਡ ਇਟ ਇਜ਼ ਫੋਲੋਡ ਬਾਈ ਅ ਨਾਨ ਜ਼ੀਰੋ ਡਿਜਿਟ ਜੇਕਰ ਇਸ ਤੋਂ ਬਾਅਦ ਜਿਹੜਾ ਡਿਜਿਟ ਹੈ ਉਹ 0 ਹੋਵੇ ਜਾਂ ਹੋਵੇ ਹੀ ਨਾ ਠੀਕ ਹੈ ਜੀ ਕਿਹਾ if the digit to be dropped if the digit to be dropped is 5 and it is followed by 0 followed by 0 or no digit ਕੋਈ ਵੀ ਡਿਜਿਟ ਨਾ ਹੋਵੇ ਠੀਕ ਹੈ ਜੀ then ਇਹਦੇ ਚ ਅੱਗੋਂ ਦੋ ਰੂਲ ਹੈ ਪਹਿਲਾ if digit proceeding to it ਜਿਹੜਾ ਪਹਿਲਾਂ ਵਾਲਾ ਹੈ is even ਦਾ ਪਤਾ ਹੈ ਨਾ ਜਿਹੜੇ ਦੋ ਤੇ ਡਿਵਾਈਡ ਹੋ ਜਾਣ ਜਿਸਤ ਸੰਖਿਆਵਾਂ ਠੀਕ ਹੈ ਜੀ if the digit proceeding to it is even then then proceeding digit
left unchanged, left, हाँ जी लिख ला, मैं समझाना फिर तुहानू। कहंदा इफ द डिजिट टू बी ड्रॉप्ड इज 5, मान लो आ है अपने को, एंड इट इज फॉलोड बाय 0, ਜਾਂ ਕੋਈ ਹੋਵੇ ਹੀ ਨਾ ਡਿਜਿਟ, ਜਿਵੇਂ ਮੰਨ ਲਓ ਔਰ ਆਪਾਂ ਕਹੀਏ ਵੀ ਆਹ ਵਾਲੀ ਸਿਚੁਏਸ਼ਨ ਹੈ 4 6 5, ਡਿਜਿਟ ਟੂ ਬੀ ਡ੍ਰੌਪਡ ਕੀ ਹੈ 5 ਹੈ, 5 ਤੋਂ ਬਾਅਦ ਕੋਈ ਡਿਜਿਟ ਨਹੀਂ ਹੈਗਾ, ਜਾਂ ਡਿਜਿਟ ਕੀ ਹੈਗਾ 0, ਤਾਂ ਆਪਾਂ ਕੀ ਵੇਖਣਾ ਡਿਜਿਟ ਪ੍ਰੋਸੀਡਿੰਗ ਟੂ ਇਟ, ਪ੍ਰੋਸੀਡਿੰਗ ਟੂ ਇਟ ਕੀ ਹੈ 6, 6 ਸਾਡੇ ਕੋਲ ਕੀ ਹੈ ਬੇਟੇ ਈਵਨ, ਦੋ ਦੇ ਪਹਾੜੇ ਚ ਆਉਂਦਾ ਹੈ ਨਾ, then it is left unchanged, then it is left unchanged, हाँ जी ਇਹਦਾ ਆਨਸਰ ਆ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ? if the digit to be dropped is 5 and digit proceeding to it is even, then it is proceeding digit is left unchanged, proceeding digit is left unchanged, ਠੀਕ ਹੈ ਜੀ। ਤੇ ਸੈਕੰਡ ਰੂਲ ਇਹਦੇ ਚ ਕੀ ਕਹਿੰਦਾ ਹੈ, if the digit to be dropped, ਜਿਹੜਾ ਡ੍ਰੌਪ ਕਰਨਾ ਹੈ is 5 and it is followed by 0, ਦੁਬਾਰਾ ਲਿਖੀ ਜਾਂਦਾ ਪਹਿਲਾਂ ਵਾਲਾ ਹੀ, or no digit, or no digit, ठीक है, then if digit proceeding to it, if digit proceeding to it is odd, is odd, odd ਕੀ ਹੁੰਦਾ ਬੇਟੇ, ਵੈਰੀ ਗੁੱਡ, ਟਾਂਕ ਸੰਖਿਆਵਾਂ, ਪੰਜਾਬੀ ਮੀਡੀਅਮ ਵਾਲੇ ਵਾਸਤੇ ਟਾਂਕ ਸੰਖਿਆਵਾਂ ਜਿਹੜੇ ਦੋ ਦੇ ਪਹਾੜੇ 'ਚ ਨਹੀਂ ਆਉਂਦੀਆਂ। if the digit proceeding to it is odd, then preceding digit is increased by 1, then preceding digit is, ਸਮਝ ਲੱਗੀ ਕਿ ਨਹੀਂ ਲੱਗੀ, increased by 1, ਕਹਿਣ ਦਾ ਮਤਲਬ ਜਿਹੜੀ ਆਪਾਂ ਰਕਮ ਲਿਖੀ ਸੀ 4675 ਲਿਖ ਲਈ, ਮੰਨ ਲਓ if the digit to be dropped is 5 and is not followed by any digit ਜਾਂ 0 ਹੈ ਤੋਂ ਬਾਅਦ, then digit proceeding to it is odd, 7 ਆਪਣੇ ਕੋਲ ਕੀ ਹੈ ਬੇਟੇ odd ਹੈ ਨਾ, then it is increased by 1, 468, ਇਹ ਰੂਲ ਹੈ ਬੇਟੇ ਰਾਉਂਡ ਆਫ ਦੇ। ਆਪਾਂ ਸਾਰੇ ਰਿਵਾਈਜ਼ ਕਰਦੇ ਹਾਂ ਹੁਣ 1 ਮਿੰਟ ਦੇ ਵਿੱਚ ਸਾਰੇ ਰੂਲ ਆਪਾਂ ਰਿਵਾਈਜ਼ ਕਰੀਏ। ਪਹਿਲਾ ਰੂਲ ਕੀ ਕਹਿੰਦਾ ਸੀ, if the digit to be dropped is more than 5, ਤਾਂ ਕੀ ਹੋਊਗਾ ਬੇਟੇ, ਠੀਕ ਹੈ, then ਆਪਣੇ ਕੋਲ ਕੀ ਹੋਊਗਾ proceeding digit is increased by 1। ਸੈਕੰਡ ਰੂਲ ਕੀ ਕਹਿੰਦਾ ਹੈ, ਜੇਕਰ ਆਪਣੇ ਕੋਲ ਕੀ ਹੈ digit to be dropped is less than 5, ਤਾਂ proceeding digit ਕੀ ਹੋਊਗਾ ਬੇਟੇ left unchanged, remains same, ਠੀਕ ਹੈ। ਥਰਡ ਰੂਲ ਕੀ ਕਹਿੰਦਾ ਹੈ, ਵੀ ਜੇਕਰ digit to be dropped is 5, ਉਹ 5 ਹੀ ਹੈਗਾ ਤੇ 5 ਬਾਅਦ ਕੀ ਹੈ, ਕੋਈ ਜਿਹੜਾ ਨੰਬਰ ਲਾਈ ਕਰ ਰਿਹਾ ਉਹ ਆਪਣੇ ਕੋਲ ਕੀ ਨਾਨ ਜ਼ੀਰੋ ਨੰਬਰ ਹੈ, ਕੋਈ ਵੀ ਮੰਨ ਲਓ ਜਿਵੇਂ ਇੱਥੇ 2 ਹੈ, ਦੈਨ ਪ੍ਰੋਸੀਡਿੰਗ ਡਿਜਿਟ ਕੀ ਹੋਊਗਾ ਇਨਕਰੀਜ਼ਡ ਬਾਈ 1, ਇਨਕਰੀਜ਼ਡ ਬਾਈ 1। ਇਹਦੇ ਵਿੱਚ ਅਗਲਾ ਰੂਲ ਕੀ ਕਹਿੰਦਾ ਹੈ, ਵੀ ਡਿਜਿਟ ਟੂ ਬੀ ਡ੍ਰੌਪਡ ਇਜ਼ 5, 5 ਤੋਂ ਬਾਅਦ ਕੋਈ ਵੀ ਡਿਜਿਟ ਹੈ ਨਹੀਂ ਜਾਂ ਡਿਜਿਟ ਕਿਹੜਾ 0, ਤੇ ਪ੍ਰੋਸੀਡਿੰਗ ਡਿਜਿਟ ਕੀ ਹੈਗਾ ਈਵਨ, ਤਾਂ ਕੀ ਹੋਊਗਾ ਬੇਟੇ ਪ੍ਰੋਸੀਡਿੰਗ ਡਿਜਿਟ, ਹਾਂ ਪ੍ਰੋਸੀਡਿੰਗ ਡਿਜਿਟ ਲੈਫਟ ਅਨਚੇਂਜ। ਇਹਦੇ ਚ ਸੈਕਿੰਡ ਕੀ ਸੀ ਬੇਟੇ, if the digit to be dropped is, ਹਾਂ ਇੱਥੇ 7 ਕਰ ਲਓ, if the digit to be dropped is 5 not followed by any digit or 0, then preceding digit is odd, ਤਾਂ ਕੀ ਹੋਊਗਾ it will be increased by 1। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ, ਸਾਰਿਆਂ ਨੂੰ ਕਲੀਅਰ ਹੋ ਗਿਆ ਬੇਟੇ?
ਠੀਕ ਹੈ। ਇਹ ਸੀ ਆਪਣੇ ਕੋਲੇ ਰੂਲਸ ਰਾਉਂਡ ਆਫ ਦੇ, ਮੋਸਟ ਇੰਪੋਰਟੈਂਟ ਹੈ ਬੁੱਕਸ ਦੇ ਵਿੱਚ। ਜ਼ਿਆਦਾਤਰ ਜਿਵੇਂ ਮੈਂ ਕਰਵਾਏ ਇਸ ਤਰ੍ਹਾਂ ਨਾਲ ਨਹੀਂ ਮਿਲਣਗੇ, ਨੈਟ ਤੇ ਵੀ ਨਹੀਂ ਲੱਭਣੇ ਇਸ ਤਰ੍ਹਾਂ ਨਾਲ ਲਿਖੇ ਹੋਏ, ਇਸ ਕਰਕੇ ਇਹਨੂੰ ਨੋਟ ਕਰ ਲਿਓ। ਇੱਕ ਬੇਟੇ ਮੈਂ ਕੀ ਕਰਦਾ ਹੁੰਦਾ ਨਾ, ਇਹਦੇ ਵਿੱਚ ਆਪਸ਼ਨ ਮੈਂ ਦੇਖੀ ਸੀ, ਇੱਕ ਆਪਸ਼ਨ ਹੈ ਸੇਵ ਪੀਡੀਐਫ, ਤਾਂ ਉਹ ਮੈਂ ਜਿਹੜੇ ਲਿਖਦਾ ਨਾ ਮੈਂ ਇਹਨੂੰ ਸੇਵ ਕਰ ਦਿੰਦਾ। ਉਹ ਤੁਹਾਡੇ ਇੱਕ ਟੈਬ ਬਣਿਆ ਹੋਇਆ ਜਾ ਕੇ ਉੱਥੇ ਲਾਸਟ ਦੇ ਵਿੱਚ ਰਿਕਾਰਡਿੰਗਸ ਦੇ ਵਿੱਚ ਵੀਡੀਓ ਵੀ ਪਈਆਂ ਹੁੰਦੀਆਂ, ਮੈਂ ਇਹਨੂੰ ਰਿਕਾਰਡ ਕਰਦਾ ਅੱਜ ਕੱਲ। ਤੁਸੀਂ ਇਹੀ ਲੈਕਚਰ ਦੁਬਾਰਾ ਵੇਖਣਾ ਹੋਵੇ, ਰਿਕਾਰਡਿੰਗ ਦੇ ਵਿੱਚ ਉਹ ਲੈਕਚਰ ਵੀ ਪਿਆ ਹੁੰਦਾ ਜਿਹੜਾ ਆਪਾਂ ਲਾਇਆ ਹੈ, ਠੀਕ ਹੈ। ਤੇ ਲਾਸਟ ਦੇ ਜਾ ਕੇ ਜਿਹੜੇ ਨੋਟਸ ਦਾ ਇੱਕ ਟੈਬ ਬਣਿਆ ਹੋਇਆ, ਨੋਟਸ ਲਿਖਿਆ ਕਿ ਕੀ ਲਿਖਿਆ, ਮਟੀਰੀਅਲ, ਸਟੱਡੀ ਮਟੀਰੀਅਲ ਲਿਖਿਆ, ਉਹਦੇ ਵਿੱਚ ਜਾ ਕੇ ਡਾਕੂਮੈਂਟਸ ਤੇ ਕਲਿੱਕ ਕਰੋਗੇ ਤਾਂ ਜਿਹੜੀਆਂ ਆਪਾਂ ਰੂਲ ਲਿਖੇ ਸਾਰੇ ਦੇ ਸਾਰੇ ਉਹਦੇ ਚ ਸੇਵ ਪਏ ਹੋਣਗੇ, ਉਹ ਤੋਂ ਚੈੱਕ ਕਰ ਲਿਆ ਕਰੋ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ। ਹੁਣ ਜਿਹੜੇ ਆਪਾਂ ਰੂਲ ਕੀਤੇ ਸੀਗੇ ਰਾਉਂਡ ਆਫ ਵਾਲੇ, ਐਡੀਸ਼ਨ ਤੇ ਸਬਟ੍ਰੈਕਸ਼ਨ ਚ ਡਿਜਿਟ ਟੂ ਬੀ ਡ੍ਰੌਪਡ ਵਾਲੇ, ਉਹਨੂੰ ਆਪਾਂ ਰਿਵਾਈਜ਼ ਕਰ ਦਈਏ 1 ਮਿੰਟ ਚ। calculations by using significant figures। ਇਹ ਰੂਲ ਕੀ ਕਹਿੰਦਾ ਸੀਗਾ? ਰਿਟੇਨ ਦੀ ਮਿਨੀਮਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ। ਇੱਕ ਸ਼ਬਦ ਦੇ ਵਿੱਚ ਆਪਾਂ ਕੀ ਕਹੀਏ? ਇਹ ਕੀ ਕਹਿੰਦਾ ਹੈ? ਰਿਟੇਨ ਦੀ ਮਿਨੀਮਮ ਨੰਬਰ ਆਫ ਸਿਗਨੀਫੀਕੈਂਟ ਫਿਗਰਸ ਕਿੰਦੇ ਵਿੱਚ? ਇਨ ਰਿਜ਼ਲਟ ਦੇ ਵਿੱਚ ਛੋਟੇ ਤੋਂ ਛੋਟਾ ਜਿਹੜਾ ਉਹ ਰੱਖੋ ਵੈਲਿਊ ਸਿਗਨੀਫੀਕੈਂਟ ਫਿਗਰ, ਠੀਕ ਹੈ। ਐਡ ਸਬਟ੍ਰੈਕਟ ਕਰ ਲਓਗੇ, ਸਿੱਧਾ ਮੈਂ ਰਿਜ਼ਲਟ ਲਿਖਦਾ ਸਿੱਧਾ, ਠੀਕ ਹੈ। ਮੰਨ ਲਓ ਇਹ 428.5, ਇਹਦੇ ਚ ਤੁਸੀਂ ਐਡ ਕੀਤਾ 17.23, ਠੀਕ ਹੈ ਜੀ, ਤੇ ਜ਼ੀਰੋ ਲਾ ਲਿਆ। ਐਡ ਕਰਨ ਤੋਂ ਬਾਅਦ ਤੁਹਾਡੇ ਕੋਲ ਰਿਜ਼ਲਟ ਆ ਗਿਆ 445.73, ਠੀਕ ਹੈ ਜੀ। ਕਲੀਅਰ ਹੋਇਆ ਕਿ ਨਹੀਂ ਹੋਇਆ? ਪਤਾ ਲੱਗ ਗਿਆ ਕਿ ਨਹੀਂ ਲੱਗ ਗਿਆ ਬੇਟੇ? ਹੁਣ ਇਹਦੇ ਵਿੱਚ ਸਿਗਨੀਫੀਕੈਂਟ ਫਿਗਰ ਕਿੰਨੀਆਂ ਹੋ ਗਈਆਂ? 5। ਇਹਦੇ ਵਿੱਚ ਕਿੰਨੀਆਂ ਹੋ ਗਈਆਂ? 4। ਤਾਂ ਰਿਜ਼ਲਟ ਦੇ ਵਿੱਚ ਆਪਾਂ ਕਿੰਨੀਆਂ ਰੱਖਣੀਆਂ? ਇਹਦਾ ਮਤਲਬ ਆਹ ਵਾਲਾ ਡਿਜਿਟ ਕੀ ਕਰਨਾ ਪਊਗਾ? ਡ੍ਰੌਪ ਕਰਨਾ ਪਊਗਾ। ਇਟ ਇਜ਼ ਲੈਸ ਦੈਨ 5। ਇਹਦਾ ਮਤਲਬ ਇਹਦਾ ਰਿਜ਼ਲਟ ਕੀ ਆਊਗਾ? ਆ ਇਹਦਾ ਰਿਜ਼ਲਟ ਆਊਗਾ। ਸਮਝ ਲੱਗੀ ਕਿ ਨਹੀਂ ਲੱਗੀ? ਹੁਣ ਰਾਉਂਡ ਆਫ ਪਹਿਲਾਂ ਤਾਂ ਹੀ ਕਰਵਾਇਆ, ਠੀਕ ਹੈ। ਠੀਕ ਹੈ, ਉਸੇ ਤਰ੍ਹਾਂ ਨਾਲ ਭਾਵੇਂ ਤੁਸੀਂ ਸਬਟ੍ਰੈਕਟ ਕਰੋ, ਐਡ ਕਰੋ, ਮਿਨੀਮਮ ਨੰਬਰ ਹੈ ਜਿਹੜਾ ਉਹ ਆਪਾਂ ਉਹਦੇ ਵਿੱਚ ਰੱਖਣਾ। ਸਿਮਿਲਰਲੀ ਜੇ ਆਪਾਂ ਮਲਟੀਪਲਾਈ ਕਰਦੇ ਆ, ਮਲਟੀਪਲਾਈ ਕਰਨ ਲੱਗਿਆ ਵੀ ਆਪਣੇ ਕੋਲ ਕੀ ਹੈ, ਸੇਮ ਆਪਾਂ ਜਿਹੜਾ ਨੰਬਰ ਹੈ ਉਹ ਰਿਟੇਨ ਕਰਨਾ। ਜਿਵੇਂ ਮੰਨ ਲਓ ਆਪਾਂ ਐਗਜ਼ਾਮਪਲ ਲੈ ਲੈਂਦੇ ਮਲਟੀਪਲੀਕੇਸ਼ਨ ਦੀ, ਬੁੱਕ ਦੇ ਵਿੱਚੋਂ ਸਿੱਧਾ ਹੀ ਐਗਜ਼ਾਮਪਲ ਚੱਕ ਰਿਹਾ ਵੀ ਟਾਈਮ ਆਪਣਾ ਨਾ ਹੋ ਗਿਆ, 2 ਮਿੰਟ ਰਹਿ ਗਏ, ਆਪਾਂ ਇਹਨੂੰ ਕਵਰ ਅਪ ਕਰੀਏ, ਠੀਕ ਹੈ। ਮੰਨ ਲਓ ਆਪਣੇ ਕੋਲ ਕੀ ਹੈ 312.65 ਹੈ, ਇਹਨੂੰ ਆਪਾਂ ਮਲਟੀਪਲਾਈ ਕੀਤਾ ਇਹਦੇ ਨਾਲ 26.4 ਨਾਲ, ਇਹਦਾ ਮੈਂ ਰਿਜ਼ਲਟ ਲਿਖਣ ਲੱਗਿਆ ਸਿੱਧਾ, ਠੀਕ ਹੈ। ਰਿਜ਼ਲਟ ਹੈ 8253.960, ਠੀਕ ਹੈ ਜੀ। ਇਹਦੇ ਵਿੱਚ ਸਿਗਨੀਫੀਕੈਂਟ ਫਿਗਰ ਕਿੰਨੀਆਂ ਬੇਟੇ? 5। ਇਹਦੇ ਵਿੱਚ ਕਿੰਨੀਆਂ? ਇਹਦਾ ਮਤਲਬ ਰਿਜ਼ਲਟ ਦੇ ਵਿੱਚ ਕਿੰਨੀਆਂ ਰਿਟੇਨ ਕਰੋਗੇ? ਇਸ ਲਈ ਡਿਜਿਟ ਟੂ ਬੀ ਡ੍ਰੌਪਡ ਕੀ ਹੈ ਬੇਟੇ? 3। ਚੌਥਾ ਡਿਜਿਟ ਡ੍ਰੌਪ ਕਰੋਗੇ, ਇਟ ਇਜ਼ ਲੈਸ ਦੈਨ 5। ਇਹਦਾ ਮਤਲਬ ਪਹਿਲਾਂ ਵਾਲਾ ਡਿਜਿਟ ਕੀ ਹੋਊਗਾ? ਰਿਟੇਨ ਹੋਊਗਾ। ਇਹਦਾ ਰਿਜ਼ਲਟ ਕੀ ਆਊਗਾ ਫਿਰ? ਇਹ ਗਲਤ ਹੈ ਬੇਟੇ, ਇਹ ਨਹੀਂ ਆਊਗਾ। ਦੇਖੋ ਆਹ ਰਕਮ ਕਿੰਨੀ ਹੈ? ਇਹ ਹੈਗੀ 8253। ਆਹ ਰਕਮ ਕਿੰਨੀ ਹੈ? 8253, ਤੇ ਰਾਉਂਡ ਆਫ ਕਰਕੇ 825 ਕੋਈ ਰਹਿ ਜਾਊਗਾ। ਇੱਥੇ ਕੀ ਆਊਗਾ? 0। ਕੀ ਆਊਗਾ ਇੱਥੇ? ਕਿਉਂਕਿ ਇਹਦੇ ਵਿੱਚ ਸਿਗਨੀਫੀਕੈਂਟ ਫਿਗਰ ਕਿੰਨੀ ਹੈ? ਇਹਦੇ ਚ 3 ਹੀ ਹੈ। ਰੂਲ ਭੁੱਲ ਗਏ ਸਿਗਨੀਫੀਕੈਂਟ ਫਿਗਰ ਦਾ, ਵੀ ਨਾਨ ਜ਼ੀਰੋ ਡਿਜਿਟ ਤੋਂ ਬਾਅਦ ਦੇ ਵਿੱਚ ਜਿਹੜੀ ਜ਼ੀਰੋ ਲਾਈ ਕਰੀ ਜਾਂਦੀ ਉਹ ਸਿਗਨੀਫੀਕੈਂਟ ਹੈ ਨਹੀਂ।
ਕਲੀਅਰ ਹੋਇਆ ਕਿ ਨਹੀਂ ਹੋਇਆ? ਬਸ ਸਿਰਫ ਇਹੀ ਇੱਕ ਹੈਗਾ ਥੋੜਾ ਜਿਹਾ, ਜਿਵੇਂ ਆਪਾਂ ਕਹੀਏ ਵੀ ਘੁਮਾ ਕੇ ਇਸ ਤਰ੍ਹਾਂ ਦਾ ਇੱਕ ਤੁਹਾਨੂੰ ਪਾਰਟ ਮਿਲ ਸਕਦਾ ਵੀ digit to be dropped। ਇਸ ਗੱਲ ਦਾ ਧਿਆਨ ਰੱਖ ਲੈਣਾ ਵੀ ਫਿਕਰ ਇਹ ਨਹੀਂ ਵੀ 8225 ਦੋ ਯਾਰ ਲਾਊਡ ਸਪੀਕਰ ਕਿਉਂ ਔਨ ਕਰ ਲੈਂਦੇ, ਸਮਝ ਨਹੀਂ ਲੱਗਦੀ। ਰੋਜ਼ ਇੱਕੋ ਗੱਲ ਸਮਝਾਉਣੀ ਪੈਂਦੀ ਜਵਾਕਾਂ ਨੂੰ। ਮੈਂ ਕਲਾਸ ਹੀ ਨਹੀਂ ਲਾਇਆ ਕਰਨੀ, ਮੇਰੇ ਤੇ ਕੋਈ ਕੰਪਲਸ਼ਨ ਨਹੀਂ ਹੈਗੀ ਵੀ ਮੈਂ ਕਲਾਸ ਲਾਉਣੀ। ਮੈਂ ਨੋਟਸ ਵੀ ਸੈਂਡ ਕਰ ਸਕਦਾ, ਆਸੇ ਪਾਸੇ ਵੀਡੀਓ ਸੈਂਡ ਕਰ ਦਿਆ ਕਰੂੰਗਾ ਜੇ ਧਿਆਨ ਨਾਲ ਕਰਨਾ ਹੀ ਨਹੀਂਗਾ। ਆ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹ 8253 ਹੈ ਤੇ ਇਹ 825 ਨਹੀਂ ਹੋ ਸਕਦਾ। ਇਹਨਾਂ ਦਾ ਰਾਉਂਡ ਆਫ ਕਰਨ ਤੋਂ ਬਾਅਦ ਲਾਸਟ ਵਾਲੀ 0 ਹੋ ਸਕਦੀ ਹੈ, ਤੇ ਸਾਨੂੰ ਪਤਾ ਵੀ ਇਹ 0 ਸਿਗਨੀਫੀਕੈਂਟ ਨਹੀਂ ਹੁੰਦੀ, ਇਸ ਲਈ ਇਹਦੇ ਚ ਕੀ ਹੈ 3 ਸਿਗਨੀਫੀਕੈਂਟ ਫਿਗਰ ਦੀ। ਇੱਥੇ ਆਪਣਾ ਨਾ ਇਹ ਟੌਪਿਕ ਖਤਮ ਹੋ ਗਿਆ ਬੇਟੇ, ਰਾਉਂਡ ਆਫ ਤੇ ਸਿਗਨੀਫੀਕੈਂਟ ਫਿਗਰ। ਠੀਕ ਹੈ ਬੇਟੇ, ਇਹਨੂੰ ਕਲੀਅਰ ਕਰ ਲੈਣਾ ਬੇਟੇ, ਠੀਕ ਹੈ। ਠੀਕ ਹੈ, ਤੇ ਸਿਗਨੀਫੀਕੈਂਟ ਫਿਗਰ ਦੇ ਜਿਹੜੇ ਰੂਲ ਕਰਾਏ ਆ ਤੇ ਰਾਉਂਡ ਆਫ ਦੇ ਰੂਲ ਕਰਾਏ ਬੇਟੇ, ਇਹਦਾ ਵੌਇਸ ਮੈਸੇਜ ਬਣਾ ਕੇ ਜਿਹੜਾ ਗਰੁੱਪ ਦੇ ਵਿੱਚ ਸੈਂਡ ਕਰ ਦਿਓ। ਠੀਕ ਹੈ ਬੇਟੇ।